ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨਾ ਸਿਮਰੋ ਅੰਗਦ ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਦ ਬਾਦ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬੈਨਾਸਨ ਸੋਏ। ਸਬਦ ਸ਼ਲੋਕੀ ਪੜ੍ਹੋ ਗੀਤਾ ਅਰਥ ਵਿਚਾਰੋ ਤੇ ਕਰ ਪ੍ਰੀਤਾ। ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੈ, ਅਪਾਰ ਰਹਿਮਤ ਹੋਈ ਹੈ ਜੋ ਰੋਜ਼ਾਨਾ ਹੀ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠਦੇ ਹਾਂ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ ਤੇ ਨਾਲ ਹੀ ਨਾਲ ਗੁਰ ਇਤਿਹਾਸ ਤੋਂ ਜਾਣੂ ਹੋਣ ਦਾ ਯਤਨ ਵੀ ਕਰਦੇ ਹਾਂ। ਚੱਲ ਰਹੇ ਪ੍ਰਸੰਗ ਦੇ ਵਿੱਚੋਂ ਅਸੀਂ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦਾ ਅਧਿਆਇ 7ਵਾਂ ਹੈ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਬਾਲ ਲੀਲਾ ਦਾ ਜ਼ਿਕਰ ਕੀਤਾ ਗਿਆ ਹੈ। ਅੱਜ ਦੇ ਪ੍ਰਸੰਗ ਨੂੰ ਆਰੰਭ ਕਰਨ ਤੋਂ ਪਹਿਲਾਂ ਕੁਝ ਪੰਛੀ ਝਾਤ ਕੱਲ ਦੇ ਦੀਵਾਨਾਂ ਵਿੱਚ ਮਾਰ ਲੈਂਦੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਜਿਸ ਥਾਂ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਦੇ ਨੇ ਨਾ, ਉਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਵੀ ਪਹੁੰਚਦੇ ਨੇ ਤੇ ਜਾ ਕਰਕੇ ਦੇਖਦੇ ਨੇ ਕਿ ਮੇਰਾ ਪੁੱਤਰ ਕੀ ਕੁਝ ਖੇਡਦਾ ਹੈ, ਆਪਣੇ ਸਾਥੀਆਂ ਦੇ ਨਾਲ ਕਿਹੋ ਜਿਹੀਆਂ ਖੇਡਾਂ ਖੇਡਦਾ ਹੈ। ਜਦੋਂ ਦੇਖਦੇ ਨੇ ਕਿ ਉਹਨਾਂ ਦੇ ਪੁੱਤਰ ਨੇ ਇੱਕ ਹੱਥ ਦੇ ਵਿੱਚ ਕਾਗਜ਼ਾਂ ਦੀ ਇੱਕ ਪੋਥੀ ਫੜੀ ਹੋਈ ਹੈ ਤੇ ਜਿਸ ਤਰ੍ਹਾਂ ਜਾ ਕੇ ਦੇਖਦੇ ਨੇ ਤੇ ਜਾ ਕੇ ਸਵਾਲ ਕਰਦੇ ਨੇ ਆਪਣੇ ਪੁੱਤਰ ਨੂੰ ਕਿ ਤੁਸੀਂ ਇੱਥੇ ਪੜ੍ਹਾਈ ਕਰ ਰਹੇ ਹੋ
ਤੇ ਸਾਰਾ ਕੁਝ ਜਦੋਂ ਦੇਖਦੇ ਨੇ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ ਆਪਣੇ ਪੁੱਤਰ ਦੇ ਨਾਲ। ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਲਕ ਸਾਥੀ ਨੇ ਉਹਨਾਂ ਦਾ ਧਿਆਨ ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲ ਜੀ ਜੁੜਿਆ ਰਹਿੰਦਾ ਹੈ। ਉਹਨਾਂ ਨੇ ਆਪਣੀਆਂ ਗਿਆਨ ਇੰਦਰੀਆਂ ਨੂੰ, ਆਪਣੀਆਂ ਕਰਮ ਇੰਦਰੀਆਂ ਨੂੰ ਕਹਿੰਦੇ ਵੀ ਆਪਣੇ ਕਾਬੂ ਦੇ ਵਿੱਚ ਕੀਤਾ ਹੋਇਆ। ਟਿਕਾ ਦੇ ਨਾਲ ਜੋ ਜੋ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਉਹ ਸਾਰੇ ਬਾਲਕ ਸਾਥੀ ਉਹਨਾਂ ਦੇ ਕੋਲੋਂ ਸਰਵਣ ਕਰਦੇ ਨੇ, ਇਕਾਗਰਚਿਤ ਹੋ ਕੇ ਸੁਣਨਾ ਕਰਦੇ ਨੇ। ਇਸੇ ਤਰ੍ਹਾਂ ਜਦੋਂ ਉਹਨਾਂ ਦੇ ਪਿਤਾ ਜੀ ਆ ਕੇ ਪੁੱਛਦੇ ਨੇ ਵੀ ਤੁਸੀਂ ਹੱਥਾਂ ਦੇ ਵਿੱਚ ਇਹ ਕਾਗਜ਼ ਕਿਉਂ ਫੜੇ ਹੋਏ ਨੇ, ਕਹਿੰਦੇ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ। ਤੇ ਇਸੇ ਤਰ੍ਹਾਂ ਵਿਚਾਰ ਚਰਚਾ ਸਾਰਾ ਕੁਝ ਚੱਲਦੀ ਹੈ। ਤੇ ਕਵੀ ਜੀ ਫਿਰ ਦ੍ਰਿਸ਼ਟਾਂਤ ਕਰਦੇ ਨੇ ਕਿ ਜਿਵੇਂ ਕੋਈ ਪੰਡਿਤ ਨਾ ਵੇਦਾਂ ਦਾ ਉਚਾਰਨ ਕਰਦਾ ਹੈ, ਜਿਵੇਂ ਕੋਈ ਵਿਦਵਾਨ ਸੱਜਣ ਕੋਈ ਵਿਚਾਰਾਂ ਦੀ ਸਾਂਝ ਪਾਉਂਦਾ, ਤੇ ਸੁਣਨ ਵਾਲੇ ਜਿਹੜੇ ਸਰੋਤੇ ਹੁੰਦੇ ਨੇ, ਸਰੋਤੇ ਜਣ ਨੇ ਨਾ, ਉਹ ਪੂਰੇ ਇਕਾਗਰਚਿਤ ਹੋ ਕੇ ਧਿਆਨ ਦੇ ਨਾਲ ਉਹ ਸਾਰੀ ਵਿਚਾਰ ਚਰਚਾ ਸਰਵਣ ਕਰਦੇ ਨੇ। ਕਹਿੰਦੇ ਇਸੇ ਤਰ੍ਹਾਂ ਉਹ ਜਿਹੜੀ ਬਾਲਕਾਂ ਦੀ ਸਭਾ ਲੱਗੀ ਹੋਈ, ਪਾਤਸ਼ਾਹ ਜੀ ਜੋ ਕੁਝ ਵੀ ਉਚਾਰਨ ਕਰਦੇ ਨੇ ਉਹ ਬੱਚੇ ਇਕਾਗਰਚਿਤ ਹੋ ਕੇ ਇੱਕ ਮਨ ਹੋ ਕੇ ਸਾਰਾ ਕੁਝ ਜਿਹੜਾ ਹੈ ਉਹ ਸਰਵਣ ਕਰਦੇ ਨੇ। ਆਓ ਅਗਲੇ ਪ੍ਰਸੰਗ ਦੇ ਇਸ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ਼ਬਦ ਸਲੋਕੀ ਪੜ੍ਹੋ ਗੀਤਾ, ਅਰਥ ਵਿਚਾਰੋ ਤੇ ਕਰ ਪ੍ਰੀਤਾ। ਹੁਣ ਪਾਤਸ਼ਾਹ ਜੀ ਜਿਹੜੀ ਵਿਚਾਰ ਕਰਦੇ ਨੇ ਨਾ, ਤਾਂ ਕਵੀ ਜੀ ਇੱਥੇ ਸਮਝਾਉਣਾ ਕਰਦੇ ਨੇ ਕਿ ਕਹਿਣ ਲੱਗੇ ਆਪਣੇ ਪਿਤਾ ਜੀ ਜੋ ਉਹਨਾਂ ਦੇ ਸਵਾਲ ਕਰਦੇ ਸੀ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ। ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਨੂੰ ਆਖਦੇ ਨੇ ਕਿ ਮੈਂ ਤਾਂ ਇਹਨਾਂ ਨੂੰ ਗੀਤਾ ਦੇ ਜਿਹੜੇ ਸ਼ਲੋਕ ਨੇ ਨਾ ਉਹ ਪੜ੍ਹਾ ਰਿਹਾ, ਤੇ ਬੜੀ ਪ੍ਰੀਤ ਦੇ ਨਾਲ ਇਸ ਦੇ ਵਿਚਾਰ ਵੀ ਕਰ ਰਿਹਾ ਹਾਂ। ਜਿਹੜਾ ਸ਼ਲੋਕ ਵੀ ਉਚਾਰਨ ਕਰਦੇ ਆ ਨਾ, ਨਾਲ ਨਾਲ ਇਸ ਦੀ ਵਿਚਾਰ ਵੀ ਕਰਦੇ ਆ। ਇਹ ਪਾਤਸ਼ਾਹ ਜੀ ਆਪਣੇ ਪਿਤਾ ਜੀ ਨੂੰ ਆਖਦੇ ਨੇ, ਜਿਸਕੇ ਪੜਨ ਵਿਚਾਰਨ ਕਰ ਕੈ, ਸ਼ੁਭ ਮਾਰਗ ਪਰ ਹੈ ਹਿਤ ਧਰ ਕੈ। ਕਿ ਜਿਸ ਦੇ ਪੜਨ ਦੇ ਨਾਲ, ਵਿਚਾਰਨ ਨਾਲ, ਕਹਿੰਦੇ ਮਨੁੱਖ ਦੇ ਵਿੱਚ ਪਿਆਰ ਨਾਲ ਮਨੁੱਖ ਜਿਹੜਾ ਹੈ ਸ਼ੁਭ ਮਾਰਗ ਦੇ ਉੱਤੇ ਪੈਂਦਾ ਹੈ। ਅਸੀਂ ਉਸ ਗੀਤਾ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ ਜਿਨ੍ਹਾਂ ਨੂੰ ਵਿਚਾਰਨ ਦੇ ਨਾਲ ਮਨੁੱਖ ਦੇ ਜੀਵਨ ਦੇ ਵਿੱਚ ਪਿਆਰ ਆਉਂਦਾ ਹੈ ਤੇ ਉਹ ਚੰਗੇ ਮਾਰਗ ਵੱਲ ਪੈਂਦਾ ਹੈ, ਚੰਗੇ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ। ਇਹੋ ਜਿਹੇ ਕਹਿੰਦੇ ਅਸੀਂ ਸਿਫਤ ਸਲਾਹ ਦੀ ਇੱਥੇ ਜਿਹੜੀ ਵਿਚਾਰਧਾਰਾ ਉਹ ਕਰਦੇ ਹਾਂ। ਦੋਹਰਾ ਕਾਲ ਉਰ ਚਰਜ ਕਰਤ, ਚਰਜ ਬਚਨ ਸੁਣੇ ਜੋ, ਲਖਨੇ ਕੀ ਲਾਲਸ ਲਗੀ, ਕੂਰ ਕੇ ਸਾਚ ਪਨੇ ਜੋ। ਜਦੋਂ ਮਹਿਤਾ ਕਾਲੂ ਦਾਸ ਜੀ ਨੇ ਨਾ ਆਪਣੇ ਪੁੱਤਰ ਦੇ ਰਸਨਾ ਤੋਂ, ਆਪਣੇ ਪੁੱਤਰਾਂ ਦੇ ਸ਼੍ਰੀ ਕੰਠ ਤੋਂ ਇਹ ਸੁਣਿਆ ਵੀ ਅਸੀਂ ਗੀਤਾ ਦੇ ਸ਼ਲੋਕ ਪੜ੍ਹਦੇ ਹਾਂ ਤੇ ਨਾਲ ਨਾਲ ਵਿਚਾਰਨ ਦਾ ਯਤਨ ਕਰਦੇ। ਇਹ ਸਾਰਾ ਕੁਝ ਜਦੋਂ ਪਿਤਾ ਜੀ ਨੇ ਸੁਣਿਆ ਆਪਣੇ ਪੁੱਤਰ ਦੇ ਕੋਲੋਂ ਤਾਂ ਕਹਿੰਦੇ ਹੈਰਾਨ ਹੋ ਗਏ, ਤੇ ਬਹੁਤ ਮਨ ਦੇ ਵਿੱਚ ਹੈਰਾਨੀ ਹੋਈ ਵੀ ਇੰਨੀ ਛੋਟੀ ਉਮਰ ਦੇ ਵਿੱਚ ਇਹ ਕੀ ਕੁਝ ਸਾਨੂੰ ਕਹਿ ਰਹੇ ਨੇ। ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਕਹਿੰਦੇ ਲਾਲਸਾ ਵੱਧ ਗਈ ਵੀ ਮੈਂ ਵੀ ਸੁਣਾ ਵੀ ਮੇਰਾ ਪੁੱਤਰ ਕਿਸ ਤਰ੍ਹਾਂ ਦੇ ਅਰਥ ਕਰਦਾ, ਮੇਰਾ ਪੁੱਤਰ ਕੀ ਕੁਝ ਪੜ੍ਹਾਉਂਦਾ। ਕਹਿੰਦੇ ਤਾਂ ਨੇ ਵੀ ਗੀਤਾ ਦੇ ਸ਼ਲੋਕ ਕਰਦੇ ਆ ਤੇ ਦੇਖਦਾ ਵੀ ਜੋ ਕੁਝ ਵੀ ਇਹ ਪੜ੍ਹਾ ਰਿਹਾ ਇਹਨਾਂ ਬੱਚਿਆਂ ਨੂੰ, ਜੋ ਵਿਚਾਰ ਕਰਦੇ ਨੇ ਵੀ ਇਹ ਸੱਚ ਵੀ ਹੈ ਜਾਂ ਝੂਠ ਹੈ। ਉਹ ਸਾਰੀ ਵਿਚਾਰ ਚਰਚਾ ਹੁਣ ਦੇਖਦੇ ਅੱਗੇ ਪਾਤਸ਼ਾਹ ਜੀ ਦੇ ਨਾਲ ਕਿਹੋ ਜਿਹੀ ਹੁੰਦੀ। ਚੁਪਈ ਮੁਝ ਕੋ ਪੜ੍ਹ ਕਰ ਦਿਓ ਸੁਣਾਈ, ਅਰਥ ਪਨੋ ਜੇ ਪਰਹਿ ਲਿਖਾਈ। ਹੁਣ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਕਹਿੰਦੇ ਨੇ ਵੀ ਜਿਸ ਤਰ੍ਹਾਂ ਤੁਸੀਂ ਬਾਕੀ ਬੱਚਿਆਂ ਨੂੰ ਪੜ੍ਹਾਉਂਦੇ ਹੋ ਨਾ, ਬਾਕੀ ਬੱਚਿਆਂ ਨੂੰ ਸਮਝਾਉਂਦੇ ਹੋ, ਹੇ ਪੁੱਤਰ ਜੀ ਮੈਨੂੰ ਵੀ ਉਸੇ ਤਰ੍ਹਾਂ ਸਮਝਾਓ, ਚੰਗੇ ਤਰੀਕੇ ਦੇ ਨਾਲ ਵਿਚਾਰ ਜਿਹੜੀ ਹੈ ਉਹ ਮੈਨੂੰ ਸਮਝਾਣਾ ਕਰੋ ਤਾਂ ਜੋ ਮੈਨੂੰ ਵੀ ਸਮਝ ਪੈ ਸਕੇ। ਇਹਨਾਂ ਬਾਲਕਾਂ ਦੇ ਨਾਲ ਜਿਹੜੇ ਇੱਕ ਚਿੱਤ ਹੋ ਕੇ ਨਾ, ਧਿਆਨ ਜਿਨ੍ਹਾਂ ਨੇ ਤੁਹਾਡੇ ਵੱਲ ਹੀ ਧਰਿਆ ਹੋਇਆ, ਤੁਹਾਨੂੰ ਹੀ ਤੱਕਦੇ ਨੇ, ਤੁਹਾਡੇ ਵੱਲੋਂ ਜੋ ਵੀ ਉਚਾਰਨ ਕੀਤਾ ਜਾਂਦਾ ਉਹ ਆਪਣੇ ਕੰਨਾਂ ਦੇ ਨਾਲ, ਟਿਕਾ ਦੇ ਨਾਲ ਸਰਵਣ ਕਰਦੇ ਨੇ। ਕਹਿੰਦੇ ਮੈਨੂੰ ਵੀ ਉਹ ਹੁਣ ਸੁਣਾਣਾ ਕਰੋ ਜਿਹੜੀ ਮੈਨੂੰ ਸਮਝ ਪੈ ਸਕੇ, ਇਸੇ ਤਰ੍ਹਾਂ ਮੈਨੂੰ ਸਮਝਾਓ। ਸੁਣ ਪਿਤ ਕੀ ਬਾਣੀ ਸੁਖ ਖਾਨੀ, ਅਰਥ ਕਹਿਤ ਭੇਜੇ ਦੁਖ ਹਾਨੀ। ਕਹਿੰਦੇ ਆਪਣੇ ਪਿਤਾ ਜੀ ਦੇ ਕੋਲੋਂ ਇਹ ਸੁਖਦਾਇਕ ਬਚਨ ਸੁਣੇ ਨਾ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ,
ਆਪਣੇ ਪਿਤਾ ਜੀ ਦੇ ਕੋਲੋਂ ਇਹ ਵਚਨ ਸੁਣੇ ਵੀ ਮੈਨੂੰ ਵੀ ਹੁਣ ਅਰਥ ਕਰਕੇ ਸੁਣਾਓ। ਤੇ ਇਹ ਫਿਰ ਹੁਣ ਪਾਤਸ਼ਾਹ ਜੀ ਹੁਣ ਅੱਗੇ ਫਿਰ ਉਹਨਾਂ ਨੂੰ ਅਰਥ ਕਰਕੇ ਸੁਣਾਉਣ ਲੱਗੇ। ਜਿਹੜੇ ਗੀਤਾ ਦਾ ਸ਼ਲੋਕ ਉਚਾਰਨ ਕਰਦੇ ਸੀ ਨਾ, ਉਹ ਆਪਣੇ ਪਿਤਾ ਜੀ ਨੂੰ ਵੀ ਹੁਣ ਉਹ ਅਰਥ ਕਰਕੇ ਸੁਣਾਉਣ ਲੱਗੇ। ਅਰਥ ਬਖਾਨਿਓ ਸਤਿਗੁਰ ਪੂਰੇ, ਭਵ ਤਾਰਨ ਕੋ ਜਿਹ ਪਦ ਰੂਰੇ। ਕਹਿੰਦੇ ਵੀ ਜਿਹੜੇ ਇਸ ਧਰਤੀ ਦੇ ਉੱਤੇ ਧਰਤੀ ਦਾ ਉਦਾਰ ਕਰਨ ਵਾਸਤੇ ਨਾ, ਧਰਤੀ ਦੇ ਉੱਤੇ ਸੰਸਾਰ ਨੂੰ ਤਾਰਨ ਵਾਸਤੇ ਆਏ ਨੇ ਨਾ ਇਹਨਾਂ ਨੇ, ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਅਵਤਾਰ ਧਾਰਨ ਕੀਤਾ ਸੰਸਾਰ ਨੂੰ ਤਾਰਨ ਦੇ ਲਈ। ਕਹਿੰਦੇ ਅਰਥ ਬਖਾਨਿਓ ਸਤਿਗੁਰੂ ਪੂਰੇ, ਉਸ ਪੂਰੇ ਸਤਿਗੁਰੂ ਜੀ ਨੇ ਗੀਤਾ ਦੇ ਪੂਰੇ ਅਤੇ ਸ਼ੁੱਧ ਅਰਥ ਕਰਕੇ ਆਪਣੇ ਪਿਤਾ ਨੂੰ ਸੁਣਾਏ ਨੇ। ਬਚਨ ਬਦਤ ਅਦਭੁਤ ਲਗ ਗੀਤਾ, ਸੁਣਤ ਤਾਤ ਮ੍ਰਿਗ ਘੰਟਕ ਪ੍ਰੀਤਾ। ਕਵੀ ਜੀ ਕਹਿੰਦੇ ਵੀ ਜਿਸ ਤਰ੍ਹਾਂ ਸ਼ਿਕਾਰੀ ਇੱਕ ਸਾਜ਼ ਵਜਾਉਂਦਾ, ਨਾਦ ਵਜਾਉਂਦਾ ਨਾ ਹਿਰਨ ਨੂੰ ਫੜਨ ਵਾਸਤੇ। ਤੁਸੀਂ ਆਮ ਤੌਰ ਦੇ ਉੱਤੇ ਦੇਖਿਓ ਵੀ ਜਦੋਂ ਹਿਰਨ ਨੂੰ ਫੜਿਆ ਜਾਂਦਾ ਨਾ, ਹਿਰਨ ਨੂੰ ਫੜਨ ਦੇ ਲਈ ਇੱਕ ਸਾਜ਼ ਵਜਾਇਆ ਜਾਂਦਾ। ਹਿਰਨ ਦੇ ਕੰਨਾਂ ਨੂੰ ਚਸਕਾ ਲੱਗਾ, ਉਹ ਸਾਜ਼ ਦੇ ਨਾਲ ਉਸ ਦੀ ਬਹੁਤ ਪ੍ਰੀਤ ਹੈ। ਉਹ ਆਵਾਜ਼ ਜਿਹੜੀ ਸਾਜ਼ ਦੇ ਵਿੱਚ ਕੰਡੇ ਹੇੜੇ ਦੀ ਜਿਹੜੀ ਆਵਾਜ਼ ਹੈ ਨਾ, ਉਹ ਕੰਨਾਂ ਦੇ ਨਾਲ ਸੁਣਨੀ ਬਹੁਤ ਪਸੰਦ ਕਰਦਾ। ਉਹ ਜਿੱਧਰੋਂ ਆਵਾਜ਼ ਆਉਂਦੀ ਹਿਰਨ ਉਧਰ ਨੂੰ ਭੱਜਾ ਜਾਂਦਾ। ਤੇ ਇਸੇ ਤਰ੍ਹਾਂ ਉਹ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰ ਲੈਂਦਾ ਤੇ ਹਿਰਨ ਆਪਣੀ ਜਾਨ ਵੀ ਗਵਾ ਦਿੰਦਾ। ਤੇ ਹੁਣ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਉਸ ਛੋਟੀ ਉਮਰ ਦੇ ਵਿੱਚ ਸ਼ਲੋਕ ਦੇ ਅਰਥ ਕਰਕੇ ਆਪਣੇ ਪਿਤਾ ਜੀ ਨੂੰ ਸੁਣਾ ਰਹੇ ਨੇ ਨਾ, ਤਾਂ ਕਵੀ ਜੀ ਕਹਿੰਦੇ ਵੀ ਜਿਸ ਤਰ੍ਹਾਂ ਹਿਰਨ ਉਹ ਆਵਾਜ਼ ਸੁਣ ਕੇ ਕੀਲਿਆ ਜਾਂਦਾ ਨਾ, ਆਵਾਜ਼ ਦੇ ਵਿੱਚ ਹੀ ਆਪਣਾ ਆਪ ਗਵਾ ਦਿੰਦਾ। ਤੇ ਇਸੇ ਤਰ੍ਹਾਂ ਆਪਣੇ ਪੁੱਤਰ ਦੇ ਜਦੋਂ ਰਸਨਾ ਦੇ ਵਿੱਚੋਂ ਉਹ ਸ਼ਲੋਕ ਸੁਣੇ ਨਾ, ਸ਼ਲੋਕ ਦੇ ਅਰਥ ਸੁਣੇ ਚੰਗੇ ਤਰੀਕੇ ਦੇ ਨਾਲ, ਤਾਂ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਵੀ ਉਸ ਵਿਚਾਰਧਾਰਾ ਦੇ ਵਿੱਚ, ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਚੰਗੀ ਤਰ੍ਹਾਂ ਲੀਨ ਹੋ ਗਏ। ਭਾਵ ਆਪਾਂ ਨਾ ਆਪ ਜਿਹੜਾ ਸੀ ਉਹਨਾਂ ਨੇ ਗਵਾ ਲਿਆ। ਚੋਪਈ ਪ੍ਰਥਮ ਪਾਠ ਕਰ ਪਰਮ ਪ੍ਰਵੀਨਾ, ਗਿਰਾ ਮੁਦਰ ਸੁੰਦਰ ਰਸ ਲੀਨਾ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲਾਂ ਆਪਣੀ ਜ਼ੁਬਾਨ ਤੋਂ, ਆਪਣੀ ਰਸਨਾ ਤੋਂ, ਮਿੱਠੀ ਰਸਨਾ ਤੋਂ ਪਹਿਲਾਂ ਗੀਤਾ ਦਾ ਸ਼ਲੋਕ ਉਚਾਰਨ ਕਰਦੇ ਨੇ ਚੰਗੇ ਤਰੀਕੇ ਦੇ ਨਾਲ। ਫਿਰ ਹੁਣ ਕਹਿੰਦੇ ਬਾਅਦ ਦੇ ਵਿੱਚ ਗਿਰਾ ਮੁਦਰ ਸੁੰਦਰ ਰਸ ਲੀਨਾ, ਤੇ ਮਿੱਠੀ ਬਾਣੀ ਨੂੰ ਸੁਣ ਕੇ ਤੇ ਸੁੰਦਰ ਜਿਹੜਾ ਉੱਥੋਂ ਦਾ ਵਾਤਾਵਰਨ ਹੈ ਨਾ, ਸੁੰਦਰ ਰਸਮਈ ਮਾਹੌਲ ਪੈਦਾ ਹੁੰਦਾ ਜਦੋਂ ਉਹਨਾਂ ਦੀ ਰਸਨਾ ਤੋਂ ਕੋਈ ਵੀ ਸ਼ਬਦ ਜਿਹੜਾ ਸੁਣਦੇ ਨੇ ਨਾ, ਮਾਹੌਲ ਟਿਕਾ ਬਹੁਤ ਆਨੰਦਦਾਇਕ ਉੱਥੇ ਮਾਹੌਲ ਜਿਹੜਾ ਹੈ, ਵਾਤਾਵਰਨ ਹੈ, ਉਹ ਪੈਦਾ ਹੁੰਦਾ ਹੈ। ਬਹੁਰ ਅਰਥ ਕਰ ਸਭ ਸਮਝਾਇਓ, ਤਾਤ ਪ੍ਰਯੋ ਜੋ ਤਹਿ ਮਹਿ ਪਾਇਓ। ਕਹਿੰਦੇ ਫਿਰ ਉਹ ਉਸ ਦੇ ਅਰਥ ਸਮਝਾਉਂਦੇ ਨੇ ਜੋ ਵੀ ਉਹਨਾਂ ਨੇ ਉਹ ਸ਼ਲੋਕ ਉਚਾਰਨ ਕੀਤਾ ਸੀ, ਉਸ ਦੇ ਅਰਥ ਫਿਰ ਸਮਝਾਉਣਾ ਕਰਦੇ ਨੇ। ਮੈਂ ਇੱਥੇ ਇੱਕ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਦਵਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਉਹਨਾਂ ਨੂੰ ਪੜ੍ਹਨ ਦੇ ਲਈ ਪਾਠਸ਼ਾਲਾ ਦੇ ਵਿੱਚ ਭੇਜਦੇ ਨੇ। ਅਸੀਂ ਇਸ ਪ੍ਰਸੰਗ ਦੇ ਵਿੱਚ ਤੇ ਪਿਛਲੇ ਪ੍ਰਸੰਗ ਦੇ ਵਿੱਚ ਇਹ ਵਿਚਾਰ ਚਰਚਾ ਨਿਰੰਤਰ ਕਰਦੇ ਆ ਰਹੇ ਹਾਂ। ਹੁਣ ਆਮ ਤੌਰ ਦੇ ਉੱਤੇ ਦੋ ਸਥਾਨ ਹੁੰਦੇ ਸਨ, ਦੋ ਮਜ਼ਹਬ ਵੀ ਦੋ ਸਨ, ਹਿੰਦੂ ਤੇ ਇਸਲਾਮ ਮਤ ਚੱਲਿਆ ਆ ਰਿਹਾ। ਦੋਨਾਂ ਦੇ ਆਪਣੇ ਆਪਣੇ ਵਿਦਿਆਲਿਆ ਹੁੰਦੇ ਸਨ ਜਿੱਥੇ ਉਹਨਾਂ ਨੂੰ ਧਰਮ ਦੀ ਵਿੱਦਿਆ ਦਿੱਤੀ ਜਾਂਦੀ ਸੀ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਜੀਵਨ ਦਾ ਪਿਛੋਕੜ ਦੇਖਦੇ ਆ ਤਾਂ ਉਹਨਾਂ ਦਾ ਪਿਛੋਕੜ ਹਿੰਦੂ ਧਰਮ ਦੇ ਨਾਲ ਹੀ ਜੁੜਦਾ ਹੈ। ਖੱਤਰੀਆਂ ਦੇ ਵਿੱਚ, ਉਹ ਬੇਦੀ ਕੁਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੁੰਦੇ ਨੇ। ਹੁਣ ਸੁਭਾਵਿਕ ਹੀ ਜੇਕਰ ਉਸ ਸਮਾਜ ਦੇ ਵਿੱਚ ਪੈਦਾ ਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਉਸ ਦੇ ਮੁਤਾਬਿਕ ਉਸੇ ਪਾਠਸ਼ਾਲਾ ਦੇ ਵਿੱਚ ਭੇਜਿਆ ਜਾਵੇਗਾ ਜਿੱਥੋਂ ਹਿੰਦੂ ਮਤ ਦੇ ਬੱਚੇ ਪੜ੍ਹਾਈ ਹਾਸਲ ਕਰਦੇ ਨੇ, ਵਿੱਦਿਆ ਹਾਸਲ ਕਰਦੇ ਨੇ। ਹਾਲਾਂਕਿ ਗੋਪਾਲ ਪਾਂਧਾ ਪਾਤਸ਼ਾਹ ਜੀ ਨੂੰ ਪਹਾੜੇ ਯਾਦ ਕਰਾਉਂਦਾ, ਗਣਿਤ ਦੀ ਸਿੱਖਿਆ ਦਿੰਦਾ, ਹਿਸਾਬ ਕਿਤਾਬ ਦੀ ਸਿੱਖਿਆ ਦੇ ਰਿਹਾ। ਆਮ ਤੌਰ ਦੇ ਉੱਤੇ ਜਦੋਂ ਅਸੀਂ ਵੀ ਕਿਤੇ ਗੁਰਦੁਆਰੇ ਦੇ ਵਿੱਚ ਜੇਕਰ ਕੋਈ ਕਲਾਸ ਲਗਾਵਾਂਗੇ ਨਾ, ਤਾਂ ਪਹਿਲੇ ਤੌਰ ਦੇ ਉੱਤੇ ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਮੁੱਖ ਰੱਖ ਕੇ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਸ਼ੁਰੂ ਕਰਾਂਗੇ, ਨਾਲ ਦੀ ਨਾਲ ਸਾਡਾ ਵੀ ਇਹੀ ਯਤਨ ਹੋਵੇਗਾ ਕਿ ਅਸੀਂ ਉਹਨਾਂ ਨੂੰ ਗੁਰਬਾਣੀ ਦੀ ਵਿਚਾਰਧਾਰਾ ਵੀ ਦੱਸੀਏ। ਇਸੇ ਤਰ੍ਹਾਂ ਗੋਪਾਲ ਪਾਂਧਾ ਹੋਵੇਗਾ ਤਾਂ ਗੋਪਾਲ ਪਾਂਧਾ ਵੀ ਆਮ ਤੌਰ ਦੇ ਉੱਤੇ ਜੇਕਰ ਉਹ ਹਿੰਦੂ ਮਤ ਦੇ ਨਾਲ ਸੰਬੰਧ ਰੱਖਦਾ ਹੈ ਨਾ, ਉਹ ਵੀ ਆਪਣੇ ਨਾਲ ਦੇ ਜਿਹੜੇ ਉਹਨਾਂ ਦੇ ਕਲਾਸ ਦੇ ਵਿੱਚ ਬੱਚੇ ਆਉਂਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹਿੰਦੂ ਮਤ ਦੀ ਜਿਹੜੀ ਉਹਨਾਂ ਦੀ ਪਰੰਪਰਾ ਹੈ ਨਾ, ਮਰਿਆਦਾ ਹੈ, ਉਹ ਵੀ ਦ੍ਰਿੜ ਕਰਾਉਂਦਾ ਹੋਵੇਗਾ। ਹੁਣ ਪਾਤਸ਼ਾਹ ਜੀ ਜਦੋਂ ਘਰ ਵਾਪਸ ਆਉਂਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਉਹਨਾਂ ਨੂੰ ਪੁੱਛਦੇ ਨੇ ਰੋਜ਼ਾਨਾ ਵੀ ਤੁਸੀਂ ਅੱਜ ਕਲਾਸ ਦੇ ਵਿੱਚ ਕੀ ਪੜ੍ਹਿਆ।
ਤਾਂ ਪਾਤਸ਼ਾਹ ਜੀ ਜਿਹੜੇ ਪਹਾੜੇ ਯਾਦ ਕਰਦੇ ਨੇ ਉਹ ਸਾਰੇ ਦੇ ਸਾਰੇ ਪਹਾੜੇ ਆਪਣੇ ਪਿਤਾ ਨੂੰ ਸੁਣਾ ਦਿੰਦੇ ਨੇ। ਤੇ ਆਮ ਤੌਰ ਦੇ ਉੱਤੇ ਬੱਚਿਆਂ ਦੇ ਵਿੱਚ ਵੀ ਇਹ ਰੁਚੀ ਹੁੰਦੀ ਨਾ, ਜੋ ਕੁਝ ਵੀ ਪੜ੍ਹ ਕੇ ਆਉਂਦੇ ਤਾਂ ਜਦੋਂ ਨਵਾਂ ਬੱਚਾ ਸਕੂਲ ਜਾਂਦਾ, ਜਦੋਂ ਉਸ ਦੀ ਥੋੜ੍ਹੀ ਜਿਹੀ ਰੁਚੀ ਬਣਨ ਲੱਗ ਜਾਂਦੀ ਤਾਂ ਉਹ ਘਰ ਆ ਕੇ ਵੀ ਸਾਰਾ ਦਿਨ ਕਿਤਾਬਾਂ ਨਹੀਂ ਛੱਡਦਾ ਤੇ ਦੂਜਿਆਂ ਨੂੰ ਵੀ ਥੋੜਾ ਥੋੜਾ ਕਿਤੇ ਨਾ ਕਿਤੇ ਦਿਖਾਉਂਦਾ ਵੀ ਅੱਜ ਮੈਂ ਆਹ ਪੜ੍ਹ ਕੇ ਆਇਆ, ਅੱਜ ਮੇਰੇ ਟੀਚਰ ਨੇ ਮੈਨੂੰ ਇਹ ਸਮਝਾਇਆ। ਤੇ ਇਸੇ ਤਰ੍ਹਾਂ ਉਸ ਪ੍ਰਭਾਵ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੇ ਸ਼ਲੋਕਾਂ ਦੇ ਅਰਥ ਕਰਦੇ ਨੇ। ਅਸੀਂ ਇਹ ਮਤ ਸੋਚੀਏ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੀ ਗੀਤਾ ਪੜ੍ਹੀ, ਇਸ ਦੇ ਵਿੱਚ ਕੋਈ ਸ਼ੰਕਾ ਨਹੀਂ, ਸ਼ਲੋਕਾਂ ਦੇ ਅਰਥ ਕੀਤੇ, ਪਰ ਉਹ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪੜ੍ਹ ਰਹੇ ਨੇ ਉਸ ਮਾਹੌਲ ਦੇ ਮੁਤਾਬਿਕ ਉੱਥੋਂ ਦੇ ਲੋਕ, ਮੇਨ ਗੱਲ ਇਹ ਆ ਵੀ ਹਿੰਦੂ ਮਤ ਦੇ ਨਾਲ ਸੰਬੰਧ ਰੱਖਣ ਵਾਲੇ। ਜਿਸ ਥਾਂ ਦੇ ਉੱਤੇ ਪਾਤਸ਼ਾਹ ਜੀ ਜਾਂਦੇ ਨੇ, ਚਾਹੇ ਪ੍ਰਚਾਰ ਫੇਰੀਆਂ ਦੇ ਵਿੱਚ ਜਾਂਦੇ ਨੇ, ਜੇਕਰ ਜੋਗੀਆਂ ਦੇ ਕੋਲ ਗਏ, ਉਹਨਾਂ ਨੇ ਜੋਗੀਆਂ ਦੇ ਜਿਹੜੇ ਧਾਰਮਿਕ ਚਿੰਨ੍ਹ ਸੀ, ਉਹਨਾਂ ਨੇ ਕੰਨਾਂ ਦੇ ਵਿੱਚ ਮੁੰਦਰੀਆਂ ਪਹਿਨੀਆਂ ਹੋਈਆਂ ਸਨ ਤੇ ਇਸੇ ਤਰ੍ਹਾਂ ਹੱਥ ਦੇ ਵਿੱਚ ਜਿਹੜਾ ਲੋਟਾ ਫੜਿਆ ਹੁੰਦਾ ਸੀ, ਜਿਹੜੀ ਉਹਨਾਂ ਨੇ ਝੋਲੀ ਪਹਿਨੀ ਹੋਈ ਸੀ, ਉਹ ਸਾਰੀ ਦੀ ਸਾਰੀ ਗੁਰੂ ਸਾਹਿਬ ਜੀ ਨੇ ਉਹ ਬਾਹਰੀ ਤੌਰ ਦੇ ਉੱਤੇ ਜਿਹੜੇ ਚਿੰਨ੍ਹ ਧਾਰਨ ਕੀਤੇ ਸੀ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸਮਝਾਉਣਾ ਕੀਤਾ ਸੀ। ਇਸੇ ਤਰ੍ਹਾਂ ਉੱਥੋਂ ਦੇ ਲੋਕ ਹੁਣ ਆਮ ਤੌਰ ਦੇ ਉੱਤੇ ਗੀਤਾ ਨੂੰ ਪੜ੍ਹਦੇ ਨੇ, ਗੀਤਾ ਦੇ ਸ਼ਲੋਕ ਉਚਾਰਨ ਕਰਦੇ ਨੇ, ਪਰ ਪਾਤਸ਼ਾਹ ਜੀ ਉਹਨਾਂ ਨੂੰ ਗੀਤਾ ਦੇ ਸ਼ਲੋਕਾਂ ਦੇ ਅਨੁਸਾਰ ਹੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਅਸਲ ਦੇ ਵਿੱਚ ਕੇਵਲ ਪੜ੍ਹਨ ਦਾ ਵਿਸ਼ਾ ਨਹੀਂ, ਇਸ ਨੂੰ ਵਿਚਾਰਨ ਦਾ ਵੀ ਵਿਸ਼ਾ। ਜੋ ਇਸ ਦੇ ਵਿੱਚ ਸੱਚ ਲਿਖਿਆ ਨਾ, ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਕੁਝ ਗਲਤ ਨਹੀਂ ਲਿਖਿਆ। ਕੁਝ ਕੁ ਲੋਕ ਇਹੋ ਜਿਹੇ ਹੋ ਗਏ ਬਾਅਦ ਦੇ ਵਿੱਚ ਜਿਨ੍ਹਾਂ ਨੇ ਉਸ ਦਾ ਪ੍ਰਚਾਰ ਪ੍ਰਸਾਰ ਕੁਝ ਇਸ ਤਰ੍ਹਾਂ ਦਾ ਕਰ ਦਿੱਤਾ। ਆਮ ਤੌਰ ਦੇ ਉੱਤੇ ਕਈ ਵਾਰੀ ਵਿਚਰਨ ਦਾ ਸਮਾਂ ਮਿਲਦਾ, ਮੈਂ ਇੱਕ ਘਟਨਾ ਸਾਂਝੀ ਕਰਨੀ ਚਾਹੁੰਦਾ। ਕੁਝ ਮੁਸਲਮਾਨ ਵੀਰਾਂ ਦੇ ਨਾਲ ਬੈਠਣ ਦਾ ਸਮਾਂ ਬਣਿਆ, ਵਿਚਾਰਨ ਦਾ ਸਮਾਂ ਮਿਲਿਆ, ਤਾਂ ਉਹਨਾਂ ਦੇ ਬੱਚਿਆਂ ਨੂੰ ਇੱਥੋਂ ਤੱਕ ਪੜ੍ਹਾਇਆ ਗਿਆ ਸੀ ਵੀ ਕਹਿੰਦੇ ਵੀ ਜਿਹੜੇ ਸਿੱਖਾਂ ਨੇ ਅਸਲ ਦੇ ਵਿੱਚ ਕੇਸ ਰੱਖੇ ਹੋਏ ਨੇ ਨਾ, ਤਾਂ ਉਹਨਾਂ ਜਿੱਥੇ ਸਕੂਲਾਂ ਦੇ ਵਿੱਚ ਉਹ ਪੜ੍ਹਾਈ ਕਰਦੇ ਸੀ, ਉਸ ਦੇ ਪਿਤਾ ਨੇ ਦੱਸਿਆ ਬੱਚੇ ਦੇ ਨੇ ਵੀ ਇਹ ਜਿਸ ਸਕੂਲ ਦੇ ਵਿੱਚ ਪੜ੍ਹਾਈ ਕਰਦੇ ਇੱਥੇ RSS ਦਾ ਬਹੁਤ ਪ੍ਰਭਾਵ ਹੈ। ਤਾਂ ਉਸਨੂੰ ਇਹ ਸਮਝਾਇਆ ਗਿਆ ਸੀ ਵੀ ਜਿਹੜੇ ਸਿੱਖਾਂ ਨੇ ਕੇਸ ਰੱਖੇ ਨੇ ਨਾ, ਇਹ ਉਦੋਂ ਕੇਸ ਕਤਲ ਕਰਾਉਣਗੇ ਜਦੋਂ ਸਾਰੇ ਮੁਸਲਮਾਨਾਂ ਨੂੰ ਖਤਮ ਕਰ ਦੇਣਗੇ ਤੇ ਉਹਨਾਂ ਦੇ ਖੂਨ ਦੇ ਨਾਲ ਆਪਣੇ ਕੇਸ ਧੋਣਗੇ ਤੇ ਫਿਰ ਕੇਸ ਕਤਲ ਕਰਾਉਣਗੇ। ਉਸ ਦਾ ਪਿਤਾ ਤਾਂ ਇਹ ਗੱਲ ਜਾਣਦਾ ਸੀ ਵੀ ਇਹ ਸਰਾਸਰ ਝੂਠ ਹੈ, ਤੇ ਜਦੋਂ ਉਸ ਬੱਚੇ ਦੇ ਨਾਲ ਗੱਲ ਕੀਤੀ, ਬੱਚੇ ਦੇ ਕੋਲੋਂ ਸਾਰਾ ਕੁਝ ਸੁਣਿਆ, ਜੋ ਕੁਝ ਉਹਨੇ ਦੱਸਿਆ, ਤਾਂ ਉਸਨੇ ਇਸ ਕੜੇ ਦੇ ਬਾਬਤ ਵੀ ਬਹੁਤ ਕੁਝ ਬੋਲਿਆ ਵੀ ਕਹਿੰਦਾ ਵੀ ਕੜਾ ਵੀ ਉਦੋਂ ਹੀ ਤੁਸੀਂ ਉਤਾਰਨਾ ਵੀ ਜਦੋਂ ਸਾਨੂੰ ਖਤਮ ਕਰ ਲਿਆ, ਵੀ ਤੁਸੀਂ ਕਸਮ ਖਾਧੀ ਹੋਈ ਹੈ। ਜਦੋਂ ਉਸ ਬੱਚੇ ਦੇ ਨਾਲ ਫਿਰ ਵਿਚਾਰ ਕੀਤੀ ਨਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਤੋਂ ਲੈ ਕੇ ਜਿਹੜੇ ਇੱਕ ਮੁਸਲਮਾਨ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ, ਜਿੱਥੇ ਪੀਰ ਬੁੱਧੂ ਸ਼ਾਹ ਵਰਗਿਆਂ ਨੇ ਸ਼ਹਾਦਤਾਂ ਦਿੱਤੀਆਂ, ਆਪ ਕੁਰਬਾਨ ਕਰ ਦਿੱਤਾ, ਜਦੋਂ ਉਸਨੂੰ ਇਹ ਸਾਰਾ ਪੱਖ ਦੱਸਿਆ ਨਾ, ਤਾਂ ਫਿਰ ਉਸਨੂੰ ਸਮਝ ਆਈ ਵੀ ਨਹੀਂ, ਅਸਲ ਦੇ ਵਿੱਚ ਅਸੀਂ ਸਾਰੇ ਇੱਕੋ ਹੀ ਹਾਂ। ਜਿਨ੍ਹਾਂ ਦੀ ਲੜਾਈ ਸੱਚ ਦੇ ਪ੍ਰਤੀ ਹੈ ਨਾ, ਉਹ ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਜਾਤ ਦੇ ਨਾਲ, ਕਿਸੇ ਵੀ ਬਰਾਦਰੀ ਦੇ ਨਾਲ ਸੰਬੰਧ ਰੱਖ ਸਕਦਾ। ਜਿਹੜਾ ਸੱਚ ਨੂੰ ਲੈ ਕੇ ਲੜੇਗਾ ਨਾ, ਉਹ ਇਹ ਨਹੀਂ ਵੀ ਜ਼ਰੂਰੀ ਨਹੀਂ ਵੀ ਇਕੱਲਾ ਸਿੱਖ ਹੀ ਹੋਵੇਗਾ, ਉਹ ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ। ਹੁਣ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ, ਜਦੋਂ ਫਤਵਾ ਜਾਰੀ ਹੁੰਦਾ, ਤਾਂ ਉਦੋਂ ਮੁਸਲਮਾਨ ਹੀ ਹਾਂ ਦਾ ਨਾਰਾ ਮਾਰਦਾ ਨਾ, ਚਾਹੇ ਬਾਅਦ ਦੇ ਵਿੱਚ ਜੋ ਕੁਝ ਵੀ ਬੀਤਿਆ। ਤਾਂ ਜਿਹੜੇ ਸੱਚ ਦੇ ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ ਨੂੰ ਸੱਚ ਚੰਗਾ ਲੱਗਦਾ ਸੀ, ਜਿਹੜੇ ਅਸਲ ਧਰਮ ਦੀ ਵਿਦਿਆ ਨੂੰ ਜਾਣਦੇ ਸਨ, ਉਹਨਾਂ ਨੇ ਆਖ ਦਿੱਤਾ ਨਾ ਵੀ ਸਾਡੇ ਧਰਮ ਦੇ ਮੁਤਾਬਿਕ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣਨਾ ਬਹੁਤ ਗਲਤ ਗੱਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉੱਤੇ ਸਵਾਲ ਕੀਤੇ ਜਾਣਗੇ। ਤੇ ਇਸੇ ਤਰ੍ਹਾਂ ਵੱਖ-ਵੱਖ ਮਜ਼ਹਬਾਂ ਦੇ ਲੋਕ ਨੇ, ਅਸਲ ਦੇ ਵਿੱਚ ਘਾਟ ਇਹ ਹੈ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਕੁਝ ਆਪਸ ਦੇ ਵਿੱਚ ਲੋਕਾਂ ਨੂੰ ਲੜਾਉਣ ਬਾਰੇ ਨਹੀਂ ਲਿਖਿਆ। ਤੇ ਫਿਰ ਜਦੋਂ ਉਸ ਮੁਸਲਮਾਨ ਬੱਚੇ ਦੇ ਨਾਲ ਨਾ, ਵੀਰ ਦੇ ਨਾਲ ਵਿਚਾਰ ਚਰਚਾ ਹੁੰਦੀ ਸੀ, ਤਾਂ ਇਸੇ ਤਰ੍ਹਾਂ ਸੁਭਾਵ ਕਿ ਉਹਨਾਂ ਨੇ ਕੋਈ ਆਇਤ ਪੜ੍ਹੀ ਤੇ ਉਸ ਤਰ੍ਹਾਂ ਗੱਲ ਕਰਦੇ ਗਏ। ਕਹਿੰਦੇ ਵੀ ਪ੍ਰਮਾਤਮਾ ਹਰ ਇੱਕ ਨੂੰ ਰਿਜ਼ਕ ਦਿੰਦਾ, ਚਾਹੇ ਉਹ ਕੋਈ ਕੀੜਾ ਵੀ ਪੱਥਰ ਦੇ ਵਿੱਚ ਹੋਵੇ। ਉਹਨੇ ਇਹ ਜਾਣੀ ਕਿ ਗੱਲ ਦੱਸੀ ਵੀ ਕੀੜੇ ਨੂੰ ਵੀ ਉਹ ਰਿਜ਼ਕ ਦਿੰਦਾ। ਤਾਂ ਮੈਂ ਸੁਭਾਵਿਕ ਹੀ ਮੇਰੇ ਦਿਮਾਗ ਦੇ ਵਿੱਚ ਪਾਤਸ਼ਾਹ ਜੀ ਦੀਆਂ ਪੰਕਤੀਆਂ ਆ ਗਈਆਂ, ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਤੇ ਜਦੋਂ ਇਹ ਵਿਚਾਰ ਹੋਈ ਤੇ ਫਿਰ ਇੱਕ ਦੂਜੇ ਨੂੰ ਅਸੀਂ ਪੁੱਛਣ ਲੱਗ ਪਏ ਵੀ ਤੁਸੀਂ ਇਹ ਕਿੱਥੋਂ ਸੁਣਿਆ? ਤਾਂ ਉਹਨੇ ਦੱਸਿਆ ਵੀ ਸਾਡੇ ਜਿਹੜੀ ਆਇਤਾਂ ਨੇ ਨਾ, ਜਿਹੜੀ ਕੁਰਾਨ ਹੈ, ਉਸ ਦੇ ਵਿੱਚ ਦਰਜ ਹੈ। ਤਾਂ ਫਿਰ ਮੈਂ ਕਿਹਾ ਵੀ ਸਾਡੀ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਤਾਂ ਦਰਜ ਹੈ ਵੀ ਉਹ ਪੱਥਰ ਦੇ ਵਿੱਚ ਵੀ ਰਿਜ਼ਕ ਦਿੰਦਾ। ਜਦ ਸਾਡੀ ਵਿਚਾਰਧਾਰਾ ਇੱਕ ਹੈ, ਅਸਲ ਦੇ ਵਿੱਚ ਖੋਟ ਕਿੱਥੇ ਹੈ ਨਾ, ਜਿਹੜੇ ਸਾਡੇ ਸਿਰਾਂ ਦੇ ਉੱਤੇ ਬੰਦੇ ਬੈਠ ਗਏ ਨਾ ਚੜ੍ਹ ਕੇ, ਸਿਆਸੀ ਬੰਦੇ ਬੈਠ ਕੇ, ਰਾਜਨੀਤੀ ਬੰਦੇ ਬੈਠ ਗਏ ਨਾ, ਉਹਨਾਂ ਨੂੰ ਅਸਲ ਦੇ ਵਿੱਚ ਡਰ ਹੈ ਜੇਕਰ ਇਹ ਅਸਲ ਦੇ ਵਿੱਚ ਇਕੱਠੇ ਹੋ ਗਏ ਤਾਂ ਉਹਨਾਂ ਲੋਕਾਂ ਦਾ ਜਿਹੜਾ ਸਾਡੇ ਉੱਤੇ ਉਹ ਧੰਦਾ ਚੱਲ ਰਿਹਾ ਨਾ, ਜਿਹੜੇ ਦੰਗੇ ਹੁੰਦੇ, ਲੁੱਟ ਮਾਰ ਹੋ ਰਹੀ, ਉਹ ਬੰਦ ਹੋ ਜਾਵੇ। ਅਸੀਂ ਸਾਰੇ ਸਿਰ ਜੋੜ ਕੇ ਇੱਕ ਹੋ ਕੇ ਬੈਠਣਾ ਚਾਹੁੰਦੇ ਹਾਂ, ਪਰ ਸਾਨੂੰ ਬੈਠਣ ਨਹੀਂ ਦਿੱਤਾ ਜਾਂਦਾ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੰਗਰੇਜ਼, ਮੁਸਲਮਾਨ, ਹਿੰਦੂ ਵੀਰ ਸਾਰੇ ਆ ਕੇ ਨੌਕਰੀ ਕਰਦੇ ਸੀ। ਖਾਲਸਾ ਰਾਜ ਦੀ ਗੱਲ। ਹੋਰ ਤੇ ਹੋਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਸਮੇਂ ਜਿੱਥੇ ਹਿੰਦੂਆਂ ਦੇ ਮੰਦਰਾਂ ਦੀਆਂ ਉਸਾਰੀਆਂ ਕਰਾਈਆਂ, ਜਿੱਥੇ ਗੁਰਦੁਆਰਿਆਂ ਦੀਆਂ ਉਸਾਰੀਆਂ ਕਰਾਈਆਂ, ਤੇ ਨਾਲ ਹੀ ਨਾਲ ਉਹਨਾਂ ਨੇ ਜਿਹੜੀਆਂ ਮੁਸਲਮਾਨਾਂ ਦੀਆਂ ਮਸੀਤਾਂ ਸੀ ਨਾ, ਜਿੱਥੇ ਉਹ ਨਮਾਜ਼ ਪੜ੍ਹਦੇ ਸਨ, ਤਾਂ ਉਹ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ ਦੇ ਉੱਤੇ ਉਸਾਰੀ ਕਰਵਾਈ ਸੀ। ਵਿਚਾਰਧਾਰਾ ਇੱਕ ਹੈ ਪਰਮਾਤਮਾ ਦੀ, ਉਸ ਨੂੰ ਵਿਚਾਰਨ ਦਾ ਤਰੀਕਾ ਵੱਖੋ ਵੱਖਰਾ ਹੋ ਸਕਦਾ, ਪਹੁੰਚਣ ਦਾ ਵੱਖਰਾ ਮਾਰਗ ਤੱਕ ਵੱਖਰਾ ਹੋ ਸਕਦਾ, ਮੰਜ਼ਿਲ ਸਾਡੀ ਇੱਕ ਹੈ, ਰਸਤੋਂ ਵੱਖਰੇ ਵੱਖਰੇ ਹੋ ਸਕਦੇ ਨੇ। ਕੋਈ 5 ਨਮਾਜ਼ਾਂ ਪੜ੍ਹ ਕੇ ਚੇਤੇ ਕਰਦਾ, ਕੋਈ ਨਿਤਨੇਮ ਦੀਆਂ 5 ਬਾਣੀਆਂ ਪੜ੍ਹ ਕੇ ਚੇਤੇ ਕਰ ਲੈਂਦਾ, ਕੋਈ ਗੀਤਾ ਦੇ ਸ਼ਲੋਕ ਪੜ੍ਹ ਕੇ ਚੇਤੇ ਕਰਦਾ, ਤੇ ਕੋਈ ਉਹ ਫਾਦਰ ਦੀਆਂ ਉਹ ਗੋੜ ਨੂੰ ਚੇਤੇ ਕਰਦਾ, ਉਸ ਦੇ ਆਧਾਰ ਦੇ ਉੱਤੇ ਆਪਣੀ ਬਾਈਬਲ ਦੇ ਵਿੱਚੋਂ ਕੁਝ ਪੜ੍ਹ ਕੇ ਉਸ ਨੂੰ ਚੇਤੇ ਕਰ ਲੈਂਦਾ। ਗੱਲ ਤਾਂ ਪਰਮਾਤਮਾ ਨੂੰ ਯਾਦ ਕਰਨ ਦੀ ਹੈ। ਇਸੇ ਤਰ੍ਹਾਂ ਉਸ ਪ੍ਰਭਾਵ ਦੇ ਵਿੱਚ ਜਿੱਥੇ ਪਾਤਸ਼ਾਹ ਜੀ ਰਹਿੰਦੇ ਨੇ, ਉਸ ਦੇ ਉੱਥੇ ਜ਼ਿਆਦਾ ਪ੍ਰਭਾਵ ਹਿੰਦੂ ਮੱਤ ਦੇ ਲੋਕਾਂ ਦਾ ਹੈ। ਸੁਭਾਵਕ ਹੀ ਉਹ ਵੀ ਗੀਤਾ ਦੇ ਸ਼ਲੋਕ ਪੜ੍ਹਦੇ ਹੋਣਗੇ, ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ। ਉਹ ਗੀਤਾ ਦੇ ਸ਼ਲੋਕ ਜਿਹੜੇ ਉਹਨਾਂ ਨੂੰ ਯਾਦ ਸਨ ਨਾ ਲੋਕਾਂ ਨੂੰ, ਤਾਂ ਉਹਨਾਂ ਨੂੰ ਉਸੇ ਆਧਾਰ ਤੇ ਸਿੱਖਿਆ ਦੇਣੀ ਕੀਤੀ ਵੀ ਅਸਲ ਦੇ ਵਿੱਚ ਇਸ ਨੂੰ ਪੜ੍ਹ ਕੇ ਨਾ ਲੋਕ ਚੰਗੇ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰਦੇ ਨੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਸਮਝਾਉਣਾ ਚਾਹੁੰਦੇ ਨੇ ਵੀ ਆਪਣੇ ਜੀਵਨ ਦੇ ਵਿੱਚ ਬੁਰਾਈਆਂ ਖਤਮ ਕਰਕੇ ਚੰਗੇ ਰਾਹ ਦੇ ਉੱਤੇ ਤੁਸੀਂ ਵੀ ਚੱਲੋ। ਹਰੇਕ ਦੇ ਜੀਵਨ ਦੇ ਵਿੱਚ ਪਿਆਰ ਆਉਣਾ ਚਾਹੀਦਾ। ਤੇ ਇਸੇ ਤਰ੍ਹਾਂ ਜਦੋਂ ਹੁਣ ਪਿਤਾ ਜੀ ਨੇ ਆਪਣੇ ਬੱਚੇ ਦੇ ਜ਼ੁਬਾਨ ਦੇ ਵਿੱਚੋਂ ਛੋਟੀ ਉਮਰ ਦੇ ਵਿੱਚੋਂ ਇਹ ਸਾਰਾ ਕੁਝ ਸੁਣਿਆ ਤਾਂ ਉਹ ਹੈਰਾਨ ਰਹਿ ਗਏ। ਉਹਨਾਂ ਦੇ ਮਨ ਦੇ ਵਿੱਚ ਹੈਰਾਨੀ ਪੈਦਾ ਹੁੰਦੀ ਵੀ ਅਸਲ ਦੇ ਵਿੱਚ ਮੇਰਾ ਪੁੱਤਰ ਜਿਹੜਾ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੁਝ ਜਾਣਦਾ ਹੈ। ਕਿਉਂਕਿ ਹੁਣ ਪਿਤਾ ਜੀ ਨੂੰ ਉਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਪਕ ਗੋਪਾਲ ਪਾਂਧੇ ਨੇ ਵੀ ਸਮਝਾਇਆ ਸੀ ਨਾ, ਉਹਨਾਂ ਨੇ ਵੀ ਦੱਸਿਆ ਸੀਗਾ ਵੀ ਤੁਹਾਡਾ ਪੁੱਤਰ ਤਾਂ ਕਿਸੇ ਧੁਰ ਤੋਂ ਹੀ ਵਿੱਦਿਆ ਹਾਸਲ ਕਰਕੇ ਆਇਆ ਹੈ, ਧੁਰ ਤੋਂ ਹੀ ਵਿੱਦਿਆ ਸਿੱਖ ਕੇ ਆਇਆ, ਇਸ ਨੂੰ ਪੜ੍ਹਾਉਣ ਦੀ ਜ਼ਰੂਰਤ ਨਹੀਂ, ਪੜ੍ਹਾਉਣ ਦਾ ਖਿਆਲ ਮਨ ਦੇ ਵਿੱਚ ਕੱਢ ਦਿਓ, ਇਹ ਤਾਂ ਜਿਹੜੇ ਵੱਡੇ ਵੱਡੇ ਪੜ੍ਹਾਉਣ ਵਾਲੇ ਨੇ ਉਹਨਾਂ ਨੂੰ ਪੜ੍ਹਾ ਦਿੰਦਾ। ਤੇ ਇਸੇ ਤਰ੍ਹਾਂ ਹੁਣ ਮਹਿਤਾ ਕਾਲੂ ਜੀ ਦੇ ਦਿਮਾਗ ਦੇ ਵਿੱਚ ਉਹ ਗੋਪਾਲ ਪਾਂਧੇ ਦੀ ਗੱਲ ਵੀ ਆ ਗਈ ਵੀ ਉਹ ਪਾਂਧਾ ਸੱਚੀਓ ਹੀ ਕਹਿੰਦਾ ਸੀ ਵੀ ਇਸ ਨੂੰ ਪੜ੍ਹਾਉਣ ਦੀ ਜ਼ਰੂਰਤ ਨਹੀਂ, ਇਹ ਤਾਂ ਉਹ ਕੁਝ ਕਰਕੇ ਦਿਖਾ ਰਿਹਾ ਜਿਹੜਾ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ, ਜਿਸ ਦੇ ਬਾਰੇ ਅੱਜ ਤੱਕ ਕਿਸੇ ਨੇ ਸੋਚਿਆ ਨਹੀਂ। ਛੋਟੀ ਉਮਰ ਦੇ ਵਿੱਚ ਹੀ ਉਹ ਕਾਰਜ ਇਹਨਾਂ ਨੇ ਆਰੰਭ ਕਰ ਦਿੱਤੇ ਨੇ। ਸੁਣ ਕਰ ਕਾਲੂ ਕਰਤ ਵਿਚਾਰਾ, ਪੁਨ ਪਾਂਦੇ ਕੋ ਬਚਨ ਚਿਤਾਰਾ। ਹੁਣ ਮਹਿਤਾ ਕਾਲੂ ਜੀ ਨੇ ਜਦੋਂ ਆਪਣੇ ਪੁੱਤਰ ਦੇ ਕੋਲੋਂ ਉਹ ਸ਼ਲੋਕ ਦੇ ਅਰਥ ਸੁਣੇ ਨਾ, ਹੁਣ ਮਹਿਤਾ ਕਾਲੂ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਤੇ ਫਿਰ ਪਾਂਧੇ ਨੂੰ ਚੇਤੇ ਕਰਨ ਲੱਗ ਪਏ ਵੀ ਹਾਂ ਬਈ ਪਾਂਧਾ ਸੱਚਾ ਸੀ, ਜੋ ਕੁਝ ਪਾਂਧੇ ਨੇ ਆਖਿਆ ਸੀ ਨਾ। ਕਿਉਂਕਿ ਪਾਂਧਾ ਤਾਂ ਆਪ ਪਾਤਸ਼ਾਹ ਜੀ ਦੇ ਕੋਲੋਂ ਬਚਨ ਸੁਣ ਕੇ ਨਿਹਾਲ ਹੋਇਆ ਸੀ, ਪਾਂਧਾ ਤਾਂ ਆਪ ਪਾਤਸ਼ਾਹ ਜੀ ਦੀ ਵਿਚਾਰ ਸੁਣ ਕੇ, ਸਿਫਤ ਸਲਾਹ ਸੁਣ ਕੇ ਉਸ ਦੇ ਮਨ ਦੇ ਵਿੱਚ ਟਿਕਾ ਪੈਦਾ ਹੋਇਆ ਸੀ। ਉਹ ਪਾਂਧੇ ਨੇ ਉਹਨਾਂ ਦੇ ਪਿਤਾ ਨੂੰ ਆਖਿਆ ਸੀ ਵੀ ਇਹਨੂੰ ਕੋਈ ਆਮ ਬੱਚਾ ਨਾ ਸਮਝਿਓ, ਕੋਈ ਅਵਤਾਰ ਹੀ ਹੈ, ਕੋਈ ਅਵਤਾਰ ਹੀ ਧਰਤੀ ਦੇ ਉੱਤੇ ਆਇਆ ਹੈ, ਇਸ ਨੂੰ ਆਪਣਾ ਕੇਵਲ ਪੁੱਤਰ ਜਾਣ ਕੇ ਇਸ ਦੀ ਪਾਲਣਾ ਨਾ ਕਰਿਓ। ਤੇ ਹੁਣ ਪਾਤਸ਼ਾਹ ਜੀ ਦੇ ਪਿਤਾ ਜੀ ਮਨ ਦੇ ਵਿੱਚੋਂ ਸਾਰਾ ਕੁਝ ਪਾਂਧੇ ਦੀ ਵਿਚਾਰ ਚਰਚਾ ਮਨ ਦੇ ਵਿੱਚ ਚੱਲਦੀ ਹੈ। ਸਤ ਬਦਤ ਮਤ ਮਿਤ ਅਤ ਜਾਂ ਕੀ, ਬੈ ਲਗੁ ਮੈਂ ਏਤੀ ਮਹਿਕਾਂ ਕੀ। ਕਹਿੰਦੇ ਪਾਂਧੇ ਨੇ ਸੱਚੀ ਕਿਹਾ ਸੀ ਵੀ ਮੇਰੇ ਪੁੱਤਰ ਦੀ ਜਿਹੜੀ ਬੁੱਧੀ ਹੈ ਨਾ ਉਹ ਅਨੰਤ ਹੈ, ਵਿਸ਼ਾਲ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਬਹੁਤ ਗਿਆਨਵਾਨ ਹੈ ਪੁੱਤਰ। ਪਾਂਧੇ ਨੇ ਆਖਿਆ ਸੀ ਪਾਤਸ਼ਾਹ ਜੀ ਦੇ ਪਿਤਾ ਜੀ ਨੂੰ ਵੀ ਇਹਨੂੰ ਹੁਣ ਪੜ੍ਹਾਉਣ ਦੀ ਲੋੜ ਨਹੀਂ, ਇਹ ਬਹੁਤ ਵਿਦਿਆਵਾਨ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਹ ਜਦੋਂ ਪੰਡਿਤ ਹਰਦਿਆਲ ਵੀ ਆਉਂਦਾ ਸੀ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ, ਤਾਂ ਉਹ ਪੰਡਿਤ ਹਰਦਿਆਲ ਵੀ ਉਹਨਾਂ ਦੇ ਪਿਤਾ ਜੀ ਨੂੰ ਕਹਿ ਗਿਆ ਸੀ ਵੀ ਜੁਗਾਂ ਜੁਗਾਂ ਦੇ ਵਿੱਚ ਇਹਨਾਂ ਦੀ ਜੈ ਜੈਕਾਰ ਹੋਵੇਗੀ, ਸਾਰੇ ਯੁੱਗਾਂ ਦੇ ਵਿੱਚ ਇਹਨਾਂ ਦੀ ਸੋਭਾ ਹੋਵੇਗੀ, ਸਾਰੇ ਇਹਨਾਂ ਦੇ ਨਾਮ ਦੀ ਆਰਾਧਨਾ ਕਰਨਗੇ। ਤੇ ਹੁਣ ਸਾਰਾ ਕੁਝ ਹੁਣ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਉਹ ਸਾਰੀ ਵਿਚਾਰ ਚਰਚਾ ਚੱਲਦੀ ਆ ਰਹੀ। ਕਹਿੰਦੇ ਬਹਿ ਲਗੂ ਮਹਿ ਏਤੀ ਮਹਿ ਕਾਕੀ, ਲਗ ਦਾ ਭਾਵ ਹੁੰਦਾ ਛੋਟੀ। ਕਹਿੰਦੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਐਡੀ ਵੱਡੀ ਬੁੱਧੀ ਕਿਸ ਦੀ ਹੋ ਸਕਦੀ ਹੈ? ਕੌਣ ਹੋ ਸਕਦਾ ਵੀ ਜਿਹੜਾ ਛੋਟੀ ਉਮਰ ਦੇ ਵਿੱਚ ਵੀ ਇੰਨੀ ਵੱਡੀ ਬੁੱਧੀ ਦਾ ਮਾਲਕ ਹੋਵੇ। ਦੋਹਰਾ ਜਨਕ ਗਿਓ ਸੁਣ ਕਰ ਸਦਨਾ, ਨਾਨਕ ਜਨਨੀ ਸੰਗ, ਬਚਨਨ ਸੋ ਵਰਣਨ ਕਰੀ, ਸਭ ਵਿਦ ਹਿਰਦੇ ਉਮੰਗ। ਹੁਣ ਗੁਰੂ ਸਾਹਿਬ ਜੀ ਦੇ ਪਿਤਾ ਜੀ ਜਦੋਂ ਪਿਤਾ ਜੀ ਦੀ ਉਹਨਾਂ ਦੇ ਕੋਲੋਂ ਬੱਚੇ ਦੇ ਕੋਲੋਂ ਸ਼ਲੋਕ ਦੇ ਅਰਥ ਸੁਣਦੇ ਨੇ ਨਾ, ਉਹ ਸਾਰਾ ਕੁਝ ਸੁਣ ਕੇ ਮਨ ਦੇ ਵਿੱਚ
ਜਿਹੜੇ ਬਲਬਲੇ ਪੈਦਾ ਹੁੰਦੇ ਨੇ, ਪਾਂਧੇ ਦੀ ਵੀ ਵਿਚਾਰ ਚਰਚਾ ਮਨ ਦੇ ਵਿੱਚ ਚੱਲਦੀ ਆ ਰਹੀ, ਤੇ ਕਿਤੇ ਨਾ ਕਿਤੇ ਪੰਡਿਤ ਹਰਦਿਆਲ ਦੀ ਗੱਲਾਂ ਵੀ ਚੇਤੇ ਆ ਰਹੀਆਂ। ਉਹ ਸਾਰਾ ਕੁਝ ਉਹਨੂੰ ਸੋਚਦੇ ਵਿਚਾਰਦੇ, ਕਹਿੰਦੇ ਸਦਨ ਦਾ ਭਾਵ ਹੁੰਦਾ ਘਰ, ਉਹ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ ਹੁਣ। ਤੇ ਆ ਕੇ ਨਾਨਕ ਜਨਨੀ ਦਾ ਭਾਵ ਹੁੰਦਾ ਜਨਨੀ, ਜਨਮ ਦੇਣ ਵਾਲੀ। ਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਨੀ ਹੈ ਨਾ, ਮਾਤਾ ਹੈ, ਮਾਤਾ ਤ੍ਰਿਪਤਾ ਜੀ, ਤੇ ਉਹਨਾਂ ਦੇ ਨਾਲ ਆ ਕੇ ਵਿਚਾਰ ਚਰਚਾ ਕਰਦੇ ਨੇ। ਹੁਣ ਉਹਨਾਂ ਨੂੰ ਆ ਕੇ ਦੱਸਦੇ ਨੇ ਵੀ ਮੇਰਾ ਪੁੱਤਰ ਦੇਖੋ ਉੱਥੇ ਬੈਠਾ ਬੱਚਿਆਂ ਦੇ ਨਾਲ ਖੇਡਾਂ ਖੇਡਦਾ ਸੀ। ਮੈਂ ਦੇਖਣ ਗਿਆ, ਸੁਭਾਵਿਕ ਹੀ ਮੈਨੂੰ ਲੱਗਾ ਵੀ ਸ਼ਾਇਦ ਬੱਚਿਆਂ ਵਾਲੀਆਂ ਖੇਡਾਂ ਖੇਡਦੇ ਹੋਣਗੇ, ਪਰ ਉੱਥੇ ਜਾ ਕੇ ਤਾਂ ਉਹ ਕੁਝ ਹੋਰ ਹੀ ਖੇਲਾਂ ਖੇਡਦੇ ਨੇ। ਜਦ ਦੇਖਿਆ ਉਹ ਤਾਂ ਕੋਈ ਧਾਰਮਿਕ ਵਿਚਾਰਧਾਰਾ ਚਰਚਾ ਚੱਲਦੀ ਉਹਨਾਂ ਦੀ, ਉਹ ਤਾਂ ਗੀਤਾ ਦੇ ਸ਼ਲੋਕ ਦੇ ਅਰਥ ਕਰਕੇ ਸਮਝਾ ਰਿਹਾ ਬੱਚਿਆਂ ਨੂੰ। ਤੇ ਇਸੇ ਤਰ੍ਹਾਂ ਬਚਨਨ ਸੋ ਬਰਨਨ ਕਰੀ ਸਭ ਵਿਦ ਹਿਰਦੇ ਉਮੰਗ। ਫਿਰ ਜੋ ਕੁਝ ਵੀ ਉਹਨਾਂ ਨੇ ਵੇਖਿਆ ਤੇ ਸੁਣਿਆ ਸੀ ਨਾ, ਜੋ ਕੁਝ ਵੀ ਹਿਰਦੇ ਦੇ ਵਿੱਚ ਉਹਨਾਂ ਦੇ ਉਮੰਗਾਂ ਪੈਦਾ ਹੋਈਆਂ ਸੀ, ਜੋ ਕੁਝ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਮਨ ਦੇ ਵਿੱਚ ਜੋ ਕੁਝ ਵੀ ਚੱਲਦਾ ਸੀ, ਹੈਰਾਨੀ ਵੀ ਸੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਮੇਰਾ ਪੁੱਤਰ ਇੰਨਾ ਕੁਝ ਆਖ ਦਿੱਤਾ ਕਰਕੇ। ਉਹ ਸਾਰਾ ਕੁਝ ਹੁਣ ਉਹਨਾਂ ਦੇ ਆਪਣੇ ਧਰਮ ਸੁਪਤਨੀ ਨੂੰ ਸਮਝਾਉਣਾ ਕੀਤਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਾਤਾ ਜੀ ਨੂੰ ਸਾਰਾ ਕੁਝ ਸੁਣਾ ਰਹੇ ਨੇ। ਚੌਪਈ ਪ੍ਰਥਮ ਜੋਤ ਕੀ ਗੁਣ ਗਣ ਗਾਏ, ਸ਼ੁਭ ਲਛਣ ਸਭ ਅੰਗ ਬਤਾਏ। ਹੁਣ ਮਹਿਤਾ ਕਾਲੂ ਜੀ ਆਪਣੀ ਪਤਨੀ ਦੇ ਨਾਲ, ਮਾਤਾ ਤ੍ਰਿਪਤਾ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਹੋਏ ਆਖਦੇ ਨੇ, ਤੇ ਫਿਰ ਕਹਿਣ ਲੱਗੇ ਕਿ ਕਹਿੰਦੇ ਪਹਿਲਾ ਜਿਹੜਾ ਜੋਤਸ਼ੀ ਆਇਆ ਸੀ ਨਾ, ਪੰਡਿਤ ਹਰਦਿਆਲ ਜਦੋਂ ਘਰ ਆਇਆ ਸੀ, ਘਰ ਬੁਲਾਇਆ ਸੀ, ਜਿਹਨੂੰ ਜਨਮ ਪੱਤਰੀ ਲਿਖਣ ਬਾਰੇ ਕਿਹਾ ਸੀ, ਕਹਿੰਦੇ ਜਦੋਂ ਉਹ ਜੋਤਸ਼ੀ ਆਇਆ ਸੀ, ਕਹਿੰਦਾ ਵੀ ਉਸਨੇ ਵੀ ਬਹੁਤ ਗੁਣ ਪ੍ਰਗਟ ਕੀਤੇ ਸੀਗੇ, ਬਹੁਤ ਸ਼ੁਭ ਲੱਛਣ ਉਸਨੇ ਦੱਸੇ ਸੀ ਸਾਡੇ ਪੁੱਤਰ ਦੇ ਬਾਰੇ, ਬਹੁਤ ਕੁਝ ਬਿਆਨ ਕੀਤਾ ਸੀ। ਉਨ ਪਾਂਦੇ ਗੋਪਾਲ ਬਖਾਨਾ, ਸੁਤ ਤੁਮਰੋ ਅਤਿਸ਼ੈ ਮਤਵਾਨਾ। ਤੇ ਕਹਿੰਦੇ ਫਿਰ ਗੋਪਾਲ ਪਾਂਦੇ ਨੇ ਵੀ ਮੈਨੂੰ ਇਹੀ ਦੱਸਿਆ ਸੀ ਵੀ ਤੁਹਾਡਾ ਪੁੱਤਰ ਜਿਹੜਾ ਹੈ ਨਾ ਬਹੁਤ ਵਿਦਵਾਨ ਹੈ, ਅਨੰਤ ਬੁੱਧੀ ਵਾਲਾ ਹੈ ਤੁਹਾਡਾ ਪੁੱਤਰ। ਇਹ ਹੁਣ ਆਪਸ ਦੇ ਵਿੱਚ ਪਤੀ ਪਤਨੀ ਵਿਚਾਰ ਚਰਚਾ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ ਵੀ ਸਾਨੂੰ ਪੰਡਿਤ ਹਰਦਿਆਲ ਵੀ ਕਹਿ ਗਿਆ ਸੀ ਵੀ ਇਸ ਦੇ ਵਿੱਚ ਬਹੁਤ ਸ਼ੁਭ ਲੱਛਣ ਨੇ। ਤੇ ਜਦੋਂ ਹੁਣ ਇਸ ਨੂੰ ਪੜ੍ਹਨ ਦੇ ਲਈ ਭੇਜਿਆ ਤਾਂ ਇਹਦਾ ਅਧਿਆਪਕ ਵੀ ਇਹੀ ਗੱਲ ਆਖ ਰਿਹਾ ਵੀ ਇਹ ਬਹੁਤ ਵਿਦਵਾਨ ਪੁਰਸ਼ ਹੈ, ਕੋਈ ਅਵਤਾਰ ਹੈ। ਅਬ ਬਾਰਕ ਮੈਂ ਕਾਗਦ ਲੀਨੇ, ਖੇਲਤ ਹੂ ਤੋ ਪ੍ਰੀਤ ਚਿਤ ਚੀਨੇ। ਕਹਿੰਦੇ ਵੀ ਹੁਣ ਉਸ ਬਾਲਕ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾ, ਕਹਿੰਦੇ ਆਪਣੇ ਹੱਥਾਂ ਦੇ ਵਿੱਚ ਇੱਕ ਪੋਥੀ ਫੜੀ ਹੋਈ ਹੈ ਜਿਸ ਦੇ ਉੱਤੇ ਗੀਤਾ ਦੇ ਸ਼ਲੋਕ ਉਚਾਰਨ ਕੀਤੇ ਹੋਏ ਨੇ, ਗੀਤਾ ਦੇ ਸ਼ਲੋਕ ਲਿਖੇ ਹੋਏ ਨੇ। ਕਹਿੰਦੇ ਉਹ ਸਾਰੇ ਕਾਗਜ਼ ਹੱਥਾਂ ਦੇ ਵਿੱਚ ਲਏ ਨੇ। ਖੇਲਤ ਹੁਤੋ ਪ੍ਰੀਤ ਚਿਤ ਲੀਨੇ, ਵੀ ਮਨ ਪਾਉਂਦੇ ਪ੍ਰੀਤ ਭਰੀ ਖੇਡ ਖੇਡਦੇ ਨੇ। ਤੇ ਸਾਰੇ ਬੱਚੇ ਕਹਿੰਦੇ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਬੈਠ ਕੇ ਉਸ ਖੇਡ ਦਾ ਆਨੰਦ ਮਾਣਦੇ ਨੇ, ਉਹ ਸਾਰੀ ਵਿਚਾਰ ਸੁਣਦੇ ਨੇ, ਉਹ ਸਾਰਾ ਕੁਝ ਸਮਝਦੇ ਨੇ, ਦੇਖਦੇ ਨੇ, ਪਰਖਦੇ ਨੇ, ਤੇ ਕਿਤੇ ਵੀ ਡੋਲਦੇ ਨਹੀਂ ਬੱਚੇ, ਬੜੇ ਟਿਕਾ ਦੇ ਨਾਲ ਸੁਣਦੇ ਨੇ। ਮੈਂ ਬੁਝਿਓ ਕਿਆ ਖੇਲੋ ਤਾਤਾ, ਸੁੰਦਰ ਗਿਰਾ ਕਹੀਂ ਸੁਖ ਦਾਤਾ। ਕਹਿੰਦੇ ਮੈਂ ਵੇਖਿਆ ਤੇ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਨਾ, ਮੈਂ ਆਪਣੇ ਪੁੱਤਰ ਨੂੰ ਪੁੱਛਿਆ ਵੀ ਤੁਸੀਂ ਕੀ ਖੇਡਦੇ ਹੋ। ਤਾਤਾ ਦਾ ਭਾਵ ਹੁੰਦਾ ਪੁੱਤਰ, ਵੀ ਮੈਂ ਆਪਣੇ ਪੁੱਤਰ ਨੂੰ ਪੁੱਛਿਆ ਵੀ ਮੇਰੇ ਪੁੱਤਰ ਜੀ ਤੁਸੀਂ ਕੀ ਖੇਡ ਖੇਡਦੇ ਹੋ। ਕਹਿੰਦੇ ਸੁੰਦਰ ਗਿਰਾ ਕਹੀਂ ਸੁਖ ਦਾਤਾ, ਪਰ ਸੁੱਖਾਂ ਦੇ ਦਾਤੇ ਨੇ ਨਾ, ਕਹਿੰਦੇ ਸੁੰਦਰ ਬਾਣੀ ਉਚਾਰਨ ਕੀਤੀ। ਸ਼ਬਦ ਸੁਨੋ ਕੀ ਗੀਤਾ ਪਾਖੀ, ਜਨ ਪੰਡਤ ਤੇ ਪੜ ਕਰ ਰਾਖੀ। ਕਹਿੰਦੇ ਸਪਤ ਸ਼ਲੋਕੀ ਗੀਤਾ ਨੂੰ ਉਸਨੇ ਇੰਜ ਪੜ੍ਹੀ ਜਾਂਦੇ ਨੇ, ਇੰਜ ਤਰੀਕੇ ਦੇ ਨਾਲ ਪਿਆਰ ਦੇ ਨਾਲ ਪੜ੍ਹੀ ਜਾਂਦੇ ਨੇ ਵੀ ਜਿਵੇਂ ਕਿਸੇ ਪੰਡਤ ਨੇ ਬਹੁਤ ਸਮੇਂ ਤੋਂ, ਲੰਬੇ ਸਮੇਂ ਤੋਂ ਪਹਿਲਾਂ ਹੀ ਕੁਝ ਪੜ੍ਹ ਕੇ ਰੱਖਿਆ ਹੋਵੇ, ਪਹਿਲਾਂ ਹੀ ਕੁਝ ਸਮਝ ਕੇ ਤਿਆਰੀ ਕੀਤੀ ਹੋਵੇ ਮੈਂ ਇਸ ਤਰ੍ਹਾਂ ਅਰਥ ਕਰਨੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਛੋਟੀ ਉਮਰ ਦੇ ਵਿੱਚ ਉਹ ਪੜ੍ਹੀ ਜਾਂਦੇ ਨੇ। ਅਬ ਤੋਂ ਮਤ ਗੁਣ ਬਾਨਣ ਜੈਸੀ, ਵੱਡੇ ਹੋਏ ਕਿਆ ਜਾਣੇ ਕੈਸੀ। ਕਹਿੰਦੇ ਵੀ ਹੁਣੇ ਹੀ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਇੰਨੀ ਵੱਡੀ ਬੁੱਧੀ ਹੈ ਨਾ, ਤੇ ਇਸੇ ਤਰ੍ਹਾਂ ਕਹਿੰਦੇ ਵੱਡੇ ਹੋ ਕੇ ਪਤਾ ਨਹੀਂ ਹੋਵੇ ਕਿਸ ਤਰ੍ਹਾਂ ਦੇ ਵਿਦਵਾਨ ਹੋਣਗੇ। ਛੋਟੀ ਉਮਰ ਦੇ ਵਿੱਚ ਵੀ ਗੀਤਾ ਦੇ ਸ਼ਲੋਕ ਦੇ ਅਰਥ ਕਰਦੇ, ਤੇ ਵੱਡੀ ਉਮਰ ਦੇ ਵਿੱਚ ਜਦੋਂ ਹੋਣਗੇ, ਜਦੋਂ ਵਡੇਰੇ ਹੋਣਗੇ, ਪਤਾ ਨਹੀਂ ਕਿਹੋ ਜਿਹਾ ਉਹਨਾਂ ਦਾ ਜੀਵਨ ਹੋਵੇਗਾ, ਕਿੰਨੇ ਵਿਦਵਾਨ ਹੋਣਗੇ। ਸੁਨ ਪੁਨ ਕਹਿਤ ਭਈ ਗੁਰ ਮਾਤਾ, ਸ਼ੁਭ ਲਛਣ ਇਸ ਮੈਂ ਬਖਿਆਤਾ। ਇਹ ਸਾਰਾ ਕੁਝ ਜਦੋਂ ਹੁਣ ਮਾਤਾ ਜੀ ਸੁਣਦੇ ਨੇ, ਕਹਿੰਦੇ ਫਿਰ ਮਾਤਾ ਜੀ ਮਨ ਦੇ ਵਿੱਚ ਵਿਚਾਰ ਚਰਚਾ ਜਿਹੜੀ ਚੱਲਦੀ ਸੀ ਨਾ, ਉਹ ਆਪਣੇ ਪਤੀ ਨੂੰ ਸਮਝਾਉਂਦੇ ਨੇ।
ਕਹਿੰਦੇ ਮੇਰੇ ਪੁੱਤਰ ਦੇ ਵਿੱਚ ਬਹੁਤ ਸਾਰੇ ਸ਼ੁਭ ਲੱਛਣ ਨੇ ਪ੍ਰਗਟ ਹੋਏ ਨੇ। ਬਦਨ ਪ੍ਰਸੰਨ ਕਮਲ ਜਿਸ ਜਿਮ ਵਿਕਸਾ, ਰੋਦਨ ਸ਼ਬਦ ਨਾ ਮੁਖ ਤੇ ਨਿਕਸਾ। ਕਹਿੰਦੇ ਉਹਨਾਂ ਦਾ ਜਿਹੜਾ ਮੁਖੜਾ ਹੈ ਨਾ ਕਮਲ ਦੇ ਫੁੱਲ ਵਾਂਗੂ ਜਿਹੜਾ ਕਹਿੰਦੇ ਖਿੜਿਆ ਰਹਿੰਦਾ ਹੈ, ਤੇ ਕਹਿੰਦੇ ਕਦੇ ਵੀ ਮੈਂ ਉਸ ਨੂੰ ਰੋਂਦੇ ਨਹੀਂ ਦੇਖਿਆ, ਉਸ ਦੇ ਮੁਖ ਦੇ ਵਿੱਚੋਂ ਕੋਈ ਵੀ ਰੋਣ ਦੀ ਆਵਾਜ਼ ਨਿਕਲਦੀ ਨਹੀਂ ਦੇਖੀ। ਚੋਬਈ ਸਿਸਮੈ ਖੇਲਤ ਦੇਤ ਨ ਗਾਰੀ, ਲਰਿਓ ਨ ਕਿਸ ਸਿਉ ਮਧੁਰੋ ਚਾਰੀ। ਕਹਿੰਦੇ ਜਦੋਂ ਬੱਚਿਆਂ ਦੇ ਨਾਲ ਵੀ ਖੇਡਦੇ ਨੇ ਨਾ, ਕਦੇ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਕਦੀ ਭੈੜੀ ਸ਼ਬਦਾਵਲੀ ਨਿਕਲਦੀ ਨਹੀਂ ਦੇਖੀ, ਕਦੇ ਵੀ ਗਾਲੀ ਗਲੋਚ ਕਰਦੇ ਨਹੀਂ ਦੇਖਿਆ। ਕਹਿੰਦੇ ਲਰਿਓ ਨ ਕਿਸ ਸਿਉ ਮਧੁਰ ਉਚਾਰ, ਵੀ ਨਾ ਹੀ ਬੱਚਿਆਂ ਦੇ ਨਾਲ ਕਦੇ ਉਹਨਾਂ ਨੂੰ ਲੜਦੇ ਦੇਖਿਆ, ਤੇ ਸਦਾ ਮਧੁਰ ਬਾਣੀ ਜਿਹੜੀ ਨੇ ਉਚਾਰਦੇ ਨੇ, ਮਿੱਠੀ ਬਾਣੀ ਜਿਹੜੀ ਆ ਮੂੰਹ ਦੇ ਵਿੱਚ ਉਚਾਰਨ ਕਰਦੇ ਨੇ। ਨਰ ਨਾਰੀ ਸਭ ਕਰਤ ਵਡਾਈ, ਸੰਗ ਫਿਰੇ ਬਾਰਕ ਭਰਿਆਈ। ਕਹਿੰਦੇ ਸਾਰੇ ਇਸਤਰੀਆਂ ਪੁਰਸ਼ ਜਿਹੜੇ ਨਰ ਨਾਰੀ ਨੇ ਉਹਨਾਂ ਦੀ ਵਡਿਆਈ ਕਰਦੇ ਨੇ, ਸਾਰੇ ਬਾਲਕ ਹਰ ਵੇਲੇ ਉਹਨਾਂ ਦੇ ਨਾਲ ਘੁੰਮਦੇ ਨੇ। ਬ੍ਰਿਧ ਨਰਨ ਜਿਉ ਪਨੇ ਕਹਾਣੀ, ਬਾਲ ਵਿਸਾਲ ਸੁਨੇ ਹਿਤ ਠਾਨੀ। ਕਹਿੰਦੇ ਵੱਡੇ ਮਨੁੱਖਾਂ ਵਾਂਗੂ ਕਹਾਣੀ ਸੁਣਾਉਂਦੇ ਨੇ, ਤੇ ਸਾਰੇ ਬਾਲਕ ਜਿਹੜੇ ਨੇ ਪਿਆਰ ਨਾਲ ਕਹਾਣੀਆਂ ਸੁਣਦੇ ਨੇ। ਮਾਤ ਪਿਤਾ ਸੁਤ ਉਸਤਤ ਕਹਿ ਕਰ, ਔਰ ਆਮੋਦ ਸੰਗ ਭੇਂਗੈ ਪਰ। ਕਹਿੰਦੇ ਮਾਤਾ ਪਿਤਾ ਹੁਣ ਪੁੱਤਰ ਦੀ ਉਸਤਤ ਕਰਕੇ ਖੁਸ਼ੀ ਨਾਲ ਸਰਸ਼ਾਰ ਹੋ ਰਹੇ ਨੇ, ਖੁਸ਼ੀ ਜ਼ਾਹਰ ਕਰਦੇ ਨੇ ਵੀ ਸਾਡਾ ਜਿਹੜਾ ਪੁੱਤਰ ਹੈ ਨਾ ਬਹੁਤ ਲਾਇਕ ਹੈ, ਬਹੁਤ ਚੰਗਾ ਪੁੱਤਰ ਸਾਡੇ ਘਰ ਦੇ ਵਿੱਚ ਜਨਮਿਆ ਹੈ, ਤੇ ਇਸ ਦੀ ਵਡਿਆਈ ਜਿਹੜੀ ਹੈ ਬਹੁਤ ਅਪਾਰ ਹੈ। ਇਸੇ ਤਰ੍ਹਾਂ ਆਪਸ ਦੇ ਵਿੱਚ ਵਿਚਾਰ ਚਰਚਾ ਕਰਦੇ ਨੇ ਵੀ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਲਵੰਡੀ ਨਗਰ ਦੀਆਂ ਗਲੀਆਂ ਦੇ ਵਿੱਚ ਖੇਡਦੇ ਨੇ। ਤੇ ਇਸੇ ਤਰ੍ਹਾਂ ਹੁਣ ਏਕ ਬਾਰ ਬਾਰਕ ਜੋ ਆਇਓ, ਹੁਣ ਆਵੇ ਨਿਤ ਚਿਤ ਬਿਰਮਾਇਓ। ਕਹਿੰਦੇ ਵੀ ਜਿਹੜਾ ਵੀ ਬਾਲਕ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੰਗ ਆ ਜਾਂਦਾ, ਉਹਨਾਂ ਦੇ ਕੋਲ ਆ ਜਾਂਦਾ ਨਾ, ਫਿਰ ਉਹ ਸਦਾ ਹੀ ਉਹਨਾਂ ਦੇ ਕੋਲ ਆਉਂਦਾ ਰਹਿੰਦਾ, ਵੀ ਇੰਨੀ ਉਹਨਾਂ ਦੇ ਨਾਲ ਪ੍ਰੀਤ ਪੈ ਜਾਂਦੀ। ਇੱਕ ਵਾਰੀ ਉਹਨਾਂ ਦੀ ਸੰਗਤ ਕਰ ਲਵੇ ਨਾ, ਫਿਰ ਉਸ ਦਾ ਉਹਨਾਂ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਉਹ ਬਾਲਕ ਬਾਰ-ਬਾਰ ਉਹਨਾਂ ਦੇ ਕੋਲ ਆਉਂਦੇ ਨੇ ਤੇ ਆਪਣੇ ਚਿੱਤ ਨੂੰ ਪ੍ਰਸੰਨ ਕਰਦੇ ਨੇ। ਪੂਰ ਭਾਗ ਜਾਗੇ ਜਿਨ ਮਾਥੇ, ਕਰੇ ਸਪਰਸ਼ਨ ਬੋਲਣ ਸਾਥੇ। ਕਿ ਜਿਸ ਦੇ ਵੱਡੇ ਭਾਗ ਜਾਗਦੇ ਨੇ ਨਾ, ਕਹਿੰਦੇ ਉਹੀ ਗੁਰੂ ਜੀ ਨੂੰ ਮਿਲਦੇ ਨੇ, ਉਹੀ ਉਹਨਾਂ ਦਾ ਸਾਥ ਮਾਣਦੇ ਨੇ, ਤੇ ਉਹੀ ਉਹਨਾਂ ਦੀ ਸੰਗਤ ਕਰਦੇ ਨੇ। ਨਾ ਰਾਜ ਛੰਦ ਸਿਸੋਂ ਵਿਖੇ ਬਿਨਾ ਲਖੇ, ਅਖੇਲ ਖੇਲ ਮੇਲਹੀ, ਮਿਲਾਏ ਬ੍ਰਿੰਦ ਬਾਲ ਕੋ ਪਹਿਲ ਲਾਲ ਮੇਲਹੀ। ਧਰਾ ਸਰੀਰ ਹੇਤ ਦੰਬ ਮਾਨ ਕੋ ਨਿਕੰਦਨਾ, ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ। ਹੁਣ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਨਾ, ਤੇ ਉਹ ਆਖਦੇ ਨੇ ਕਿ ਉਹ ਬਾਲਕਾਂ ਦੇ ਵਿੱਚ ਵੇਖਣ ਤੋਂ ਬਗੈਰ ਵੀ ਅਜਿਹੀਆਂ ਖੇਡਾਂ ਖੇਡਦੇ ਨੇ ਕਿ ਜਿਹੜੀਆਂ ਪਹਿਲਾਂ ਕਦੇ ਨਹੀਂ ਕਿਸੇ ਨੇ ਨਹੀਂ ਖੇਡੀਆਂ ਸੀ। ਹੁਣ ਬਾਲਕਾਂ ਦੇ ਵਿੱਚ ਜਿਹੜੇ 6-6 7-7 ਸਾਲ ਦੇ ਬੱਚੇ ਖੇਡਦੇ ਨੇ, ਕਦੇ ਅੱਜ ਤੋਂ ਪਹਿਲਾਂ ਉਹਨਾਂ ਨੂੰ ਗੀਤਾ ਦੇ ਸ਼ਲੋਕ ਦੇ ਅਰਥ ਕਰਦੇ ਨਹੀਂ ਦੇਖਿਆ। ਕਹਿੰਦੇ ਜੋ ਕੁਝ ਖੇਡਾਂ ਖੇਡਦੇ ਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖੀਆਂ। ਕਹਿੰਦੇ ਜਿਹੜੇ ਲਾਲ ਨੇ ਨਾ, ਜਿਹੜੇ ਬੱਚੇ ਨੇ, ਉਹਨਾਂ ਨੂੰ ਬਹੁਤ ਬੁਝਾਰਤਾਂ ਪਾਉਂਦੇ ਨੇ ਤੇ ਉਹਨਾਂ ਨੂੰ ਸਮਝਾਉਣਾ ਵੀ ਕਰਦੇ ਨੇ। ਤੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਸਮਾਜ ਦੇ ਵਿੱਚ ਦੰਭ ਨੇ, ਪਖੰਡ ਨੇ, ਜਿਨ੍ਹਾਂ ਨੇ ਗੀਤਾ ਦੇ ਸ਼ਲੋਕਾਂ ਦੇ ਝੂਠੇ ਅਰਥ ਕਰਕੇ ਲੋਕਾਂ ਨੂੰ ਭਰਮਾਇਆ ਸੀ, ਤੇ ਕਹਿੰਦੇ ਉਹਨਾਂ ਦੇ ਝੂਠ ਦਾ ਜਿਹੜਾ ਪਰਦਾ ਸੀ ਉਹ ਵੀ ਜ਼ਾਹਰ ਕਰਦੇ। ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬਦਨਾ। ਕਹਿੰਦੇ ਸੰਤੋਖ ਸਿੰਘ ਜੀ ਹੁਣ ਆਖਦੇ ਨੇ ਕਿ ਦੋਵੇਂ ਹੱਥ ਜੋੜ ਕੇ ਉਸ ਸਤਿਗੁਰੂ ਮੁਕਤੀ ਦਾਤੇ ਅੱਗੇ ਬੰਦਨਾ ਕਰਦਾ ਹੈ। ਸਾਰਾ ਕੁਝ ਵਿਚਾਰਨ ਤੋਂ ਬਾਅਦ, ਸਾਰੀ ਜਿਹੜੀ ਕਥਾ ਸਾਰਤਾ ਹੈ ਪ੍ਰਸੰਗ ਉਚਾਰਨ ਤੋਂ ਬਾਅਦ, ਕਵੀ ਸੰਤੋਖ ਸਿੰਘ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਬੰਦਨਾ ਕਰਦੇ ਨੇ, ਅਰਦਾਸ ਬੇਨਤੀ ਕਰਦੇ ਨੇ। ਅੱਜ ਦੇ ਇਸ ਪ੍ਰਸੰਗ ਦੇ ਵਿੱਚ 7ਵੇਂ ਅਧਿਆਏ ਦੀ ਸਮਾਪਤੀ ਹੈ, ਜਿਸ ਦਾ ਨਾਮ ਸੀ ਬਾਲ ਲੀਲਾ। ਉਹ ਇਸ ਦੇ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਜਿਹੜਾ 8ਵਾਂ ਅਧਿਆਏ ਹੈ ਉਹ ਆਰੰਭ ਕਰਾਂਗੇ, ਜਿਸ ਦਾ ਸਿਰਲੇਖ ਹੈ ਗੁਰੂ ਸਿੱਖ ਦਾ ਮੰਗਲ। ਤੇ ਜੋ ਅਗਲੀ ਉਹਨਾਂ ਦੀ ਪੜ੍ਹਾਈ ਹੈ, ਪਿਤਾ ਜੀ ਉਹਨਾਂ ਨੂੰ ਕਿਸ ਦੇ ਕੋਲ ਭੇਜਦੇ ਨੇ, ਉਸ ਦੇ ਬਾਬਤ ਵੀ ਅਸੀਂ ਵਿਚਾਰ ਚਰਚਾ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।